हेलो डियर स्टूडेंट्स, वेलकम बैक टू माय यूट्यूब चैनल। सो बच्चे, इस वीडियो ਦੇ ਵਿੱਚ ਅਸੀਂ ਨੈਕਸਟ ਟੈਸਟ ਸੀਰੀਜ਼ ਕਰਨ ਜਾ ਰਹੇ ਹਾਂ। ਸੋ ਬੱਚੇ, ਇਹ ਸਪੈਸ਼ਲ ਚੈਨਲ PSCB ਸਟੂਡੈਂਟਸ ਦੇ ਲਈ ਹੀ ਹੈ ਔਰ ਇਸ ਚੈਨਲ ਦੇ ਉੱਪਰ ਬੱਚੇ ਪੰਜਾਬ ਬੋਰਡ ਦਾ ਜੋ ਵੀ ਮਟੀਰੀਅਲ ਹੋਏਗਾ ਐਕਸੈਕਟਰਾ ਜਿਹੜਾ ਆ ਤੁਹਾਨੂੰ ਸਭ ਕੁਝ ਮਿਲ ਜਾਏਗਾ ਇੱਥੋਂ। ਸੋ ਬੱਚੇ, ਕਨਸੈਪਟ ਜਿੰਨੇ ਵੀ ਤੁਹਾਡੇ ਕਹਿ ਲਓ ਸਿਲੇਬਸ ਆ ਉਹਦੀ ਐਕਸਪਲੇਨੇਸ਼ਨ ਅੱਛੇ ਤਰੀਕੇ ਨਾਲ ਮਿਲ ਜਾਏਗੀ। ਸਾਰੀ PDFs ਅਵੇਲੇਬਲ ਹੈ। ਸੋ PDF ਬੱਚੇ ਤੁਹਾਨੂੰ ਫਿਜ਼ਿਕਸ ਵਿਦ ਰਿੰਪਲ ਮੈਮ ਜਿਹੜਾ ਟੈਲੀਗ੍ਰਾਮ ਚੈਨਲ ਆ ਉਹਦੇ ਉੱਪਰ ਮਿਲ ਜਾਣਗੇ ਬੱਚੇ, ਸਾਰੀ ਦੀ ਸਾਰੀ PDFs। ਤੁਸੀਂ ਬੱਚੇ ਟੈਲੀਗ੍ਰਾਮ ਚੈਨਲ ਜੁਆਇਨ ਕਰਕੇ ਫਾਈਲਸ ਦੇ ਵਿੱਚ ਜਾ ਕੇ ਬੱਚੇ ਆਪਣੀਆਂ ਸਾਰੀਆਂ PDF ਡਾਊਨਲੋਡ ਕਰ ਸਕਦੇ ਆ। ਸੋ ਬੱਚੇ, ਇਹ ਸੈਕਿੰਡ ਪਾਰਟ ਹੈ ਥਰਡ ਯੂਨਿਟ ਦਾ। ਥਰਡ ਯੂਨਿਟ ਦੇ ਬੱਚੇ ਲੌਂਗ ਕੁਐਸਚਨਸ ਦਾ ਟੈਸਟ ਹੋ ਚੁੱਕਾ ਆ ਔਰ ਬੱਚੇ ਉਹਦੀ PDF ਮੈਂ ਤੁਹਾਨੂੰ ਪ੍ਰੋਵਾਈਡ ਨਹੀਂ ਕੀਤੀ ਸੀ। ਆਈ ਵਿਲ ਟਰਾਈ ਕਿ ਇਸ ਵੀਡੀਓ ਦੇ ਵਿੱਚ ਬੱਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਨੂੰ ਜਿਹੜੀ PDF ਆ ਉਹ ਪ੍ਰੋਵਾਈਡ ਕਰ ਦਿਆਂ। ਸੋ ਬੱਚੇ, ਸੋਲਵਡ ਜਿਹੜੇ ਕੁਐਸਚਨਸ ਹੈ ਤੁਹਾਨੂੰ ਸਾਰੇ ਮਿਲ ਜਾਣਗੇ। ਜੋ ਬੱਚੇ ਟੈਸਟ ਲਿਆ ਜਾਂਦਾ ਆ ਉਹਦਾ ਸੈਕਿੰਡ ਡੇ ਜਿਹੜਾ ਆ ਆਨਸਰ ਸ਼ੀਟ ਜਿਹੜੀ ਆ ਅਪਲੋਡ ਕਰ ਦਿੱਤੀ ਜਾਂਦੀ ਆ, ਆਨਸਰ ਕੀਜ਼ ਜਿਹੜੀ ਆ ਅਪਲੋਡ ਕਰ ਦਿੱਤੀ ਜਾਂਦੀ ਆ। ਸੋ ਬੱਚੇ, ਅੱਜ ਦਾ ਜੋ ਟੈਸਟ ਹੈ, ਅੱਜ ਦਾ ਟੈਸਟ ਹੈ ਬੱਚੇ 3 ਮਾਰਕ ਸੈਕਿੰਡ ਥਰਡ ਯੂਨਿਟ ਦੇ 2 ਮਾਰਕਸ ਦੇ ਕੁਐਸਚਨਸ। ਸੋ 2 ਮਾਰਕਸ ਦੇ ਕੁਐਸਚਨਸ ਦੇ ਵਿੱਚ ਬੱਚੇ ਕੋਈ ਵੀ ਜਿਹੜਾ ਅਸੀਂ ਨੂਮੈਰੀਕਲ ਪ੍ਰਿਪੇਅਰ ਨਹੀਂ ਕਰਨਾ, ਥਿਓਰੀ ਹੀ ਆਏਗੀ। ਸੋ ਥਿਓਰੀ ਦੇ ਉੱਪਰ ਅਸੀਂ ਫੋਕਸ ਕਰਾਂਗੇ, ਠੀਕ ਹੈ ਜੀ। ਸੋ ਅੱਜ ਹੈ ਬੱਚੇ 30 ਜੈਨ। ਸੋ ਅੱਜ ਬੱਚੇ ਤੁਹਾਡੇ 2 ਮਾਰਕਸ ਦੇ ਕੁਐਸਚਨਸ ਦਾ ਟੈਸਟ ਹੋਏਗਾ ਥਰਡ ਯੂਨਿਟ ਤੇ। ਕਲੀਅਰ ਹੋ ਗਿਆ ਸੀ। ਸੋ ਚਲੋ ਬੱਚੇ, ਵੀਡੀਓ ਸਟਾਰਟ ਕਰਦੇ ਹਾਂ ਆਪਣੇ। ਸੋ ਜਿੱਦਾਂ ਬੱਚੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਬੱਚਿਆਂ ਨੂੰ ਜ਼ਿਆਦਾਤਰ ਪ੍ਰੋਬਲਮ ਆ ਰਹੀ ਹੈ MCQs ਦੇ ਵਿੱਚ। ਸੋ ਬੱਚੇ, ਟੈਸਟ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਕੁਝ ਇੱਕ MCQs ਵੀ ਡਿਸਕਸ ਕਰਾਂਗੇ। ਸੋ ਲਾਸਟ ਵੀਡੀਓ ਦੇ ਵਿੱਚ ਬੱਚੇ ਅਸੀਂ 12 MCQs ਡਿਸਕਸ ਕੀਤੇ ਸੀ। ਇਸ ਵੀਡੀਓ ਦੇ ਵਿੱਚ ਮੈਂ ਕੁਝ ਬੱਚੇ 15 ਤੋਂ ਲੈ ਕੇ 20 ਤੱਕ MCQs ਜਿਹੜੇ ਆ ਡਿਸਕਸ ਕਰਾਂਗੀ। ਉਹ ਵਾਲੇ MCQs ਆ ਜਿਹੜੇ ਬੱਚੇ ਮੋਸਟ ਇੰਪੋਰਟੈਂਟ MCQs ਹੈ, ਠੀਕ ਹੈ ਜੀ। ਸੋ ਬੱਚੇ, ਚਲੋ ਸਟਾਰਟ ਕਰਦੇ ਹਾਂ ਆਪਣੇ MCQs ਦੀ ਸੀਰੀਜ਼ ਦੇ ਨਾਲ। ਔਰ ਲਾਸਟ ਦੇ ਵਿੱਚ ਬੱਚੇ ਵੀਡੀਓ ਹੈ ਤੁਹਾਡਾ ਟੈਸਟ ਪੇਪਰ ਹੈ ਔਰ ਟੈਸਟ ਜਿਹੜਾ ਬੱਚੇ ਤੁਸੀਂ ਟੈਲੀਗ੍ਰਾਮ ਚੈਨਲ ਦੇ ਉੱਪਰ ਸੈਂਡ ਕਰ ਸਕਦੇ ਆ। ਟੈਲੀਗ੍ਰਾਮ ਚੈਨਲ ਬੱਚੇ ਸੇਮ ਆ, ਫਿਜ਼ਿਕਸ ਵਿਦ ਰਿੰਪਲ ਮੈਮ, ਠੀਕ ਹੈ। ਤੁਸੀਂ ਉੱਥੇ ਆਈ ਵਾਂਟ ਟੂ ਸ਼ੇਅਰ ਮਾਈ ਟੈਸਟ ਅਗਰ ਲਿਖ ਕੇ ਸੈਂਡ ਕਰਦੇ ਆ ਤਾਂ ਬੱਚੇ ਮੈਂ ਤੁਹਾਨੂੰ ਪਰਸਨਲੀ ਮੈਸੇਜ ਕਰ ਦਿਆਂਗੀ ਤਾਂ ਤੁਸੀਂ ਆਪਣਾ ਟੈਸਟ ਜਿਹੜਾ ਸਬਮਿਟ ਕਰਵਾ ਸਕਦੇ ਆ। ਸੋ ਚਲੋ ਬੱਚੇ, ਟੈਸਟ ਸਟਾਰਟ, ਆਪਣੇ MCQ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ। ਸੋ ਬੱਚੇ, MCQs ਡਿਸਕਸ ਕਰਨ ਤੋਂ ਪਹਿਲਾਂ ਅਸੀਂ 2 ਮਾਰਕਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰ ਲਈਏ ਜਿਹੜੇ ਅਸੀਂ ਐਗਜ਼ਾਮ ਦੇ ਲਈ ਬਿਲਕੁਲ ਵੀ ਛੱਡ ਕੇ ਨਹੀਂ ਜਾਣੇ, ਠੀਕ ਹੈ ਜੀ। ਸੋ ਇਹ ਬੱਚੇ ਰਿਪੀਟਡ ਕੁਐਸਚਨਸ ਆ, ਮੋਸਟ ਇੰਪੋਰਟੈਂਟ ਕੁਐਸਚਨਸ ਆ ਜੋ ਸਾਡੇ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਰਿਪੀਟ ਹੋ ਰਹੇ ਹੈ, ਠੀਕ ਹੈ। ਜਿਨ੍ਹਾਂ ਦੇ ਆਨਸਰ ਬੱਚੇ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕਰ ਰਹੀ ਹਾਂ। ਇਹਦਾ ਮਤਲਬ ਇਹ ਵਾਲੇ ਕੁਐਸਚਨਸ ਆ ਤੁਸੀਂ 100% ਛੱਡ ਕੇ ਨਹੀਂ ਜਾਣੇ ਔਰ ਇਹਨਾਂ ਦੇ ਬੱਚੇ ਰਿਪੀਟ ਹੋਣ ਦੇ ਚਾਂਸਿਸ ਜ਼ਿਆਦਾ ਆ। ਕੁਐਸਚਨ ਨੰਬਰ 1, ਵਿਚ ਮਟੀਰੀਅਲ ਇਜ਼ ਪ੍ਰੈਫਰ ਫॉर ਮੇਕਿੰਗ ਪਰਮਾਨੈਂਟ ਮੈਗਨੇਟ। ਬੱਚੇ, ਪਰਮਾਨੈਂਟ ਮੈਗਨੇਟ ਬਣਾਉਣ ਦੇ ਲਈ ਅਸੀਂ ਕਿਹੜਾ ਮਟੀਰੀਅਲ ਯੂਜ਼ ਕਰਦੇ ਹਾਂ। ਸੋ ਬੱਚੇ, ਸਾਨੂੰ ਇੱਕ ਇੱਦਾਂ ਦਾ ਮਟੀਰੀਅਲ ਚਾਹੀਦਾ ਆ, ਮਟੀਰੀਅਲ ਹੀ ਉਹਨਾਂ ਨੇ ਪੁੱਛਿਆ। ਸਾਨੂੰ ਇੱਕ ਇੱਦਾਂ ਦਾ ਮਟੀਰੀਅਲ ਚਾਹੀਦਾ ਜਿਹਦੀ ਬੱਚੇ ਮੈਗਨੈਟਿਕ ਜਿਹੜੀ ਫੀਲਡ ਆ, ਜਿੱਦਾਂ ਹੀ ਅਸੀਂ ਉਹਨੂੰ ਮੈਗਨੇਟਾਈਜ਼ ਕਰ ਦਈਏ, ਮੈਗਨੇਟ ਦੀ ਈਜ਼ੀਲੀ ਉਹ ਆਪਣੀ ਮੈਗਨੈਟਿਕ ਪ੍ਰੋਪਰਟੀ ਨੂੰ ਲॉस ਨਾ ਕਰੇ, ਠੀਕ ਹੈ। ਮੈਗਨੇਟਸ ਡੂ ਨਾਟ ਲॉस देयर ਮੈਗਨੈਟਿਕ ਪ੍ਰੋਪਰਟੀ ਵਨਸ ਦੇ ਆਰ ਮੈਗਨੇਟਾਈਜ਼। ਜਿੱਦਾਂ ਹੀ ਅਸੀਂ ਉਹਨੂੰ ਇੱਕ ਵਾਰੀ ਮੈਗਨੇਟਾਈਜ਼ ਕਰ ਦਿੱਤਾ, ਉਹ ਹਮੇਸ਼ਾ ਦੇ ਲਈ ਮੈਗਨੇਟ ਹੀ ਬਣਿਆ ਰਹਿ ਜਾਵੇ, ਆਪਣੀ ਮੈਗਨੇਟਿਜ਼ਮ ਨੂੰ ਰਿਮੂਵ ਜਾਂ ਲॉस ਨਾ ਕਰੇ। ਸੋ ਇਹਦੀਆਂ ਕੁਛ ਇੱਕ ਐਗਜ਼ਾਮਪਲਸ ਬੱਚੇ ਘੱਟੋ ਘੱਟ 3 ਐਗਜ਼ਾਮਪਲਸ ਯਾਦ ਕਰ ਲਓ। ਫॉर एग्जांपल ਬੱਚੇ, ਕੋਬਾਲਟ ਹੋ ਗਿਆ, ਨਿਕਲ, ਆਇਰਨ। ਇਹ ਸਿੰਪਲ ਜੀ ਐਗਜ਼ਾਮਪਲਸ ਹੈ। ਤੁਸੀਂ 3 ਐਗਜ਼ਾਮਪਲ ਐਟਲੀਸਟ ਬੱਚੇ ਅੱਛੇ ਤਰੀਕੇ ਦੇ ਨਾਲ ਲਰਨ ਕਰ ਲਓ। ਨੈਕਸਟ ਆ, an electron does not suffer any deflection while passing through a region of uniform magnetic field। ਜਦੋਂ ਕਹਿੰਦੇ ਕੋਈ ਇਲੈਕਟ੍ਰੋਨ ਕਿਸੇ ਵੀ ਮੈਗਨੈਟਿਕ ਫੀਲਡ, ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚੋਂ ਪਾਸ ਹੋਏਗਾ, ਡੂ ਨਾਟ ਸਫਰ ਐਨੀ ਡਿਫਲੈਕਸ਼ਨ, ਉਹ ਕਿਸੇ ਤਰੀਕੇ ਨਾਲ ਡਿਫਲੈਕਟ ਨਹੀਂ ਹੋਏਗਾ, ਹਿੱਲੇਗਾ ਨਹੀਂ ਆਪਣੀ ਪੋਜੀਸ਼ਨ ਤੋਂ। what is the direction of the magnetic field? ਸੋ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਹੋਊਗਾ ਕਿੱਦਾਂ। ਸੋ ਬੱਚੇ, ਮੈਂ 2 ਸਿੰਪਲ ਜਿਹੜੇ ਵਰਡਿੰਗ ਦੇ ਵਿੱਚ ਆਨਸਰ ਲਿਖ ਦਿੱਤਾ, ਤੁਸੀਂ ਕੋਈ ਇੱਕ ਜਿਹੜਾ ਆ ਯਾਦ ਕਰ ਸਕਦੇ ਆ। ਲੈਂਥ ਨਾਲ ਸਾਨੂੰ ਕੋਈ ਮਤਲਬ ਨਹੀਂ, ਤੁਹਾਡਾ ਮਟੀਰੀਅਲ ਔਰ ਸਮਝਾਉਣ ਦਾ ਤਰੀਕਾ ਬਿਲਕੁਲ ਸਹੀ ਹੋਣਾ ਚਾਹੀਦਾ ਆ, ਠੀਕ ਹੈ ਜੀ। ਦ ਮੈਗਨੈਟਿਕ ਫੀਲਡ ਵਿਲ ਬੀ ਪੈਰਲਲ ਔਰ ਐਂਟੀ ਪੈਰਲਲ। ਪੈਰਲਲ ਹੋਏਗਾ ਜਦੋਂ 0 ਡਿਗਰੀ ਦਾ ਐਂਗਲ ਹੋਏਗਾ, ਐਂਟੀ ਪੈਰਲਲ ਜਦੋਂ 180 ਡਿਗਰੀ ਦਾ ਐਂਗਲ ਹੋਏਗਾ। ਟੂ ਦ ਡਾਇਰੈਕਸ਼ਨ ਆਫ ਮੋਸ਼ਨ ਆਫ ਦ ਇਲੈਕਟ੍ਰੋਨ ਬਿਕੋਜ਼ ਵੈਨ ਦ ਮੈਗਨੈਟਿਕ ਫੀਲਡ ਇਨ ਦ ਡਾਇਰੈਕਸ਼ਨ or opposite to the direction of moving electron, then the force experienced on the particle will be 0। otherwise ਬੱਚੇ ਸਾਡੇ ਕੋਲ F ਕਿਹਦੇ ਇਕੁਅਲ ਹੁੰਦਾ ਆ, Q cross B, ਠੀਕ ਹੈ। ਹੁਣ ਕੀ ਕੀਤਾ ਅਸੀਂ, ਕ੍ਰੋਸ ਪ੍ਰੋਡਕਟ ਹਟਾਤਾ, ਇਹਦੀ ਜਗ੍ਹਾ ਤੇ ਲਿਖ ਦਿੱਤਾ ਸਾਈਨ ਥੀਟਾ। ਸਾਈਨ ਥੀਟਾ ਪੁੱਟ ਕਰ ਦਿਓ 0, ਸਾਈਨ 0 = 0 ਤਾਂ ਫੋਰਸ ਤੁਹਾਡਾ ਹੋ ਗਿਆ 0,
ठीक है, फोर्स एक्सर्टेड ऑन द पार्टिकल विल बी 0। सो बच्चे अगर मैथमैटिकल पोर्शन नाल लिख के आने आ तो एक प्लस पॉइंट हुंदा आ, एक्सटर्नल नूं ये पता लगदा आ कि बच्चे नूं बहुत अच्छे तरीके नाल तैयारी करके आया होया, बच्चे ने बहुत अच्छे तरीके नाल पढ़िया होया। अगर बच्चे तुसीं नाल एक्सप्लेनेशन बहुत अच्छे तरीके नाल लिख के आने आ तो बाकी सारे पेपर ते तुहाडा जिहड़ा इंपैक्ट है वो बहुत अच्छा पएगा, तो बाकियां दे विचों नंबर खिच्चने ईजी हो जाणगे। क्लीयर हो गया? मान लो छोटी मोटी किते मिसटेक होएगी तो बच्चे इग्नोर कर दिंदे आ भी चलो बाकी पेपर बहुत सोहना कीता होया बच्चे ने। सो ट्राई करो 2 मार्क्स के क्वेश्चन ਦੇ ਵਿੱਚ ਜਿੱਥੇ ਕਿਤੇ ਮੈਥਮੈਟੀਕਲ ਪੋਰਸ਼ਨ ਐਕਸਪਲੇਨ ਕਰ ਸਕਦੇ ਆ ਛੋਟਾ ਮੋਟਾ, ਜਿੱਦਾਂ ਮੈਂ ਹੁਣੇ ਐਕਸਪਲੇਨ ਕਰਕੇ ਦਿਖਾਇਆ ਨਾ, ਛੋਟੀ ਜੀ ਕੋਈ ਡਾਇਗਰਾਮ ਬਣਾ ਸਕਦੇ ਆ ਤਾਂ ਜ਼ਰੂਰ ਬਣਾ ਕੇ ਆਓ। ਇਹਨਾਂ ਬੱਚੇ ਤੁਹਾਡਾ ਬਹੁਤ ਪੋਜ਼ਿਟਿਵ ਕਹਿ ਲਓ ਪੈਂਦਾ ਆ ਵੀ ਬੱਚੇ ਨੇ ਬਹੁਤ ਮਿਹਨਤ ਕੀਤੀ ਹੋਈ ਹੈ। ਨੈਕਸਟ ਆ ਵਾਈ ਸ਼ੁੱਡ ਅ ਵੋਲਟਮੀਟਰ ਹੈਵ ਹਾਈ ਰੈਜ਼ਿਸਟੈਂਸ। ਬੱਚੇ ਵੋਲਟਮੀਟਰ ਦੀ ਰੈਜ਼ਿਸਟੈਂਸ ਜਿਹੜੀ ਆ ਹਾਈ ਕਿਉਂ ਹੁੰਦੀ ਆ? ਅ ਵੋਲਟਮੀਟਰ ਮੈਜਰ द वोल्टेज डिफरेंस बिटवीन द 2 डिफरेंट पॉइंट्स। 2 अलग अलग डिफरेंट पॉइंट्स ਦੇ ਵਿਚਕਾਰ ਬੱਚੇ ਸਾਨੂੰ ਵੋਲਟੇਜ ਜਿਹੜਾ ਆ ਮੈਜਰ ਕਰਕੇ ਦੱਸਦਾ ਆ, ਬਟ ਇਟ ਸ਼ੁੱਡ ਨਾਟ ਚੇਂਜ ਦ ਅਮਾਊਂਟ ਆਫ ਕਰੰਟ। ਬਟ ਇਹ ਕਰੰਟ ਨੂੰ ਚੇਂਜ ਨਹੀਂ ਕਰ ਸਕਦਾ ਗੋਇੰਗ ਥਰੂ ਦ ਐਲੀਮੈਂਟਸ ਬਿਟਵੀਨ ਦ these 2 points। ਸੋ ਇਟ ਹੈਵ ਵੈਰੀ ਹਾਈ ਰੈਜ਼ਿਸਟੈਂਸ। ਸੋ ਇਹਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਹਾਈ ਹੁੰਦੀ ਆ, ਐਂਡ ਮੇ ਇਟ ਡੂ ਨਾਟ ਡਰਾ ਐਨੀ ਕਰੰਟ ਥਰੂ ਇਟ। ਸੋ ਕੋਈ ਵੀ ਕਰੰਟ ਡਰਾਉਣ ਨਹੀਂ ਕਰਦਾ। ਸੋ ਇਸ ਕਰਕੇ ਬੱਚੇ ਜਿਹੜੀ ਅਸੀਂ ਵੋਲਟਮੀਟਰ ਨੂੰ ਹਾਈ ਰੈਜ਼ਿਸਟੈਂਸ ਦੇ ਵਿੱਚ ਰੱਖਦੇ ਹਾਂ। ਕਲੀਅਰ ਹੋ ਗਿਆ ਜੀ? ਸੋ ਨੈਕਸਟ ਕੁਐਸਚਨ ਤੇ ਚਲੋ ਬੱਚੇ, what are the importance of radial magnetic field in a moving coil galvanometer। ਬੱਚੇ ਜਿਹੜਾ radial magnetic field ਆ ਇਹਦੀ ਇੰਪੋਰਟੈਂਸ ਦੱਸਣੀ ਹੈ, ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਜਿਹੜਾ moving coil galvanometer works on the principle that the current carrying coil placed in a magnetic field experience a torque। ਤਾਂ ਬੱਚੇ ਉਹਨੇ torque experience ਕਰਨਾ ਹੈ, twist ਆ ਜਾਏਗਾ ਉਹਦੇ ਵਿੱਚ। the main importance of using radial magnetic field is the maximum torque is obtained and torque is uniform in all the positions of the moving coil galvanometer। ਸੋ ਬੱਚੇ ਆ ਤੁਹਾਡੀ ਸੌਫਟਵੇਅਰ ਕੋਰ ਆ। ਇੱਧਰ ਅਸੀਂ ਨਾਰਥ ਐਂਡ ਸਾਊਥ ਪੋਲ ਜਿਹੜੇ ਕਨਕੇਵ ਬੱਚੇ ਦੇ ਵਿੱਚ ਅਸੀਂ ਲਗਾਏ ਹੁੰਦੇ ਆ 2 ਮੈਗਨੇਟਸ। ਸੈਂਟਰ ਦੇ ਵਿੱਚ ਬੱਚੇ ਆ ਜਿਹੜੀ ਫੀਲਡ ਕ੍ਰੀਏਟ ਹੋ ਰਹੀ ਹੈ ਇਹ ਤੁਹਾਡੀ ਰੇਡੀਅਲ ਮੈਗਨੈਟਿਕ ਫੀਲਡ ਆ, ਠੀਕ ਆ। ਸੋ ਰੇਡੀਅਲ ਮੈਗਨੈਟਿਕ ਫੀਲਡ ਇਹਦੀ ਇੰਪੋਰਟੈਂਸ ਦੱਸਣੀ ਆ ਵੀ ਇਹਦੀ ਇੰਪੋਰਟੈਂਸ ਕੀ ਚੀਜ਼ ਆ। ਜਿਹੜਾ ਮੂਵਿੰਗ ਕੋਇਲ ਗਲਵੈਨੋਮੀਟਰ ਆ ਬੱਚੇ ਕਿਸ ਪ੍ਰਿੰਸੀਪਲ ਦੇ ਬੇਸਡ ਆ? ਸੋ ਦੈਟ ਦ ਕਰੰਟ ਕੈਰਿੰਗ ਕੋਇਲ, ਇਸ ਤਰੀਕੇ ਨਾਲ ਕਰੰਟ ਕੈਰਿੰਗ ਕੋਇਲ ਜਿਹੜਾ ਸੈਂਟਰ ਵਾਲਾ ਕੋਇਲ ਆ ਉਹ ਪਲੇਸ ਕੀਤੀ ਜਾਂਦੀ ਹੈ ਮੈਗਨੈਟਿਕ ਫੀਲਡ ਦੇ ਅੰਦਰ। 2 ਮੈਗਨੈਟਿਕ ਫੀਲਡ ਨਾਰਥ ਐਂਡ ਸਾਊਥ ਦੇ ਅੰਦਰ ਇਸ ਤਰ੍ਹਾਂ ਨਾਲ ਸੈੱਟ ਕੀਤੀ ਜਾਂਦੀ ਹੈ ਕਿ ਉਹ ਐਕਸਪੀਰੀਅੰਸ ਕਰੇ ਕਿ ਟਾਰਕ ਆ ਜਾਏਗਾ, ਇਹਦੇ ਵਿੱਚ ਟਵਿਸਟ ਆ ਜਾਏਗਾ। ਜਿਹੜਾ ਮੇਨ ਇੰਪੋਰਟੈਂਸ ਆ ਜਿਹੜੀ ਰੇਡੀਅਲ ਮੈਗਨੈਟਿਕ ਫੀਲਡ ਦੀ, ਬੱਚੇ ਆ ਕੌਮਾ ਵਿੱਚ ਗਲਤੀ ਨਾ ਪੈ ਗਿਆ, ਰੇਡੀਅਲ ਮੈਗਨੈਟਿਕ ਫੀਲਡ ਦੀ ਜੋ ਮੇਨ ਇੰਪੋਰਟੈਂਸ ਆ ਉਹ ਹੈ ਕੀ ਆ? ਦੈਟ ਮੈਕਸਿਮਮ ਟਾਰਕ ਇਜ਼ obtained, ਤਾਂ ਕਿ ਸਾਡਾ ਮੈਕਸਿਮਮ ਜਿਹੜਾ ਟਾਰਕ ਆ ਉਹ ਆ ਸਕੇ, ਤਾਂ ਕਰਕੇ ਅਸੀਂ ਰੇਡੀਅਲ ਮੈਗਨੈਟਿਕ ਫੀਲਡ ਜਿਹੜੀ ਆ ਇੱਥੇ ਹੁੰਦੀ ਲੱਗਦੀ ਆ। ਐਂਡ ਦ ਟਾਰਕ ਇਜ਼ ਯੂਨੀਫਾਰਮ, ਔਰ ਟਾਰਕ ਸਾਰੇ ਪਾਸੇ ਟਵਿਸਟ ਜਿਹੜਾ ਬੱਚੇ ਸਾਰੇ ਪਾਸੇ ਇੱਕੋ ਜਿਹਾ ਹੋਏਗਾ। ਜਿੱਥੇ ਗਲਵੈਨੋਮੀਟਰ ਜਿਹੜਾ ਮੂਵਿੰਗ ਕੋਇਲ ਗਲਵੈਨੋਮੀਟਰ ਦੀ ਜਿਸ ਮਰਜ਼ੀ ਪੋਜੀਸ਼ਨ ਤੇ ਤੁਸੀਂ ਗੱਲ ਕਰ ਲਿਓ। ਨੈਕਸਟ ਆ ਜਾਓ, ਹਾਊ ਕੈਨ ਅ ਗਲਵੈਨੋਮੀਟਰ ਕੈਨ ਬੀ ਕਨਵਰਟਡ ਇਨਟੂ ਅ ਮੀਟਰ ਐਂਡ ਵੋਲਟਮੀਟਰ। ਸੋ ਬੱਚੇ ਇਹ ਕੱਲ੍ਹ ਮੈਂ ਤੁਹਾਨੂੰ MCQs ਵਿੱਚ ਵੀ ਟੈਸਟ ਦਿੱਤਾ ਸੀਗਾ। ਸੋ ਮੈਂ ਤੁਹਾਨੂੰ ਬੱਚੇ ਸੀਰੀਜ਼ ਦੱਸੀ ਸੀ, AP ਸੀਰੀਜ਼। ਅਗਰ ਗਲਵੈਨੋਮੀਟਰ ਨੂੰ ਅਮੀਟਰ ਤੋਂ ਗਲਵੈਨੋਮੀਟਰ ਦੇ ਵਿੱਚ ਜੋੜਨਾ ਹੋਵੇ ਤਾਂ ਕੀ ਕਰਾਂਗੇ? ਪੈਰਲਲ ਜੋੜ ਦਾਂਗੇ, ਠੀਕ ਹੈ। ਔਰ ਅਗਰ ਵੋਲਟਮੀਟਰ ਆ ਤਾਂ VS, ਗਲਵੈਨੋਮੀਟਰ ਨੂੰ ਵੋਲਟਮੀਟਰ 'ਚ ਕਨਵਰਟ ਕਰਨਾ ਤਾਂ ਸੀਰੀਜ਼ ਦੇ ਵਿੱਚ ਜੋੜਾਂਗੇ, ਠੀਕ ਹੈ। ਸੋ ਗਲਵੈਨੋਮੀਟਰ ਕੈਨ ਬੀ ਕਨਵਰਟਡ ਇਨਟੂ ਐਨ ਅਮੀਟਰ ਬਾਈ ਸ਼ੰਟ। ਸ਼ੰਟ ਮਤਲਬ ਲੋ ਰੈਜ਼ਿਸਟੈਂਸ ਵਿਦ ਵੈਰੀ ਸਮਾਲ ਰੈਜ਼ਿਸਟੈਂਸ, ਠੀਕ ਹੈ। ਗਲਵੈਨੋਮੀਟਰ ਕੈਨ ਬੀ ਕਨਵਰਟਡ ਇਨਟੂ ਵੋਲਟਮੀਟਰ। ਅਗਰ ਵੋਲਟਮੀਟਰ 'ਚ ਜੋੜਨਾ ਹੈ ਤਾਂ ਬੱਚੇ ਇਹਨੂੰ ਕੀ ਕਰਨਾ ਪਏਗਾ? ਬਾਈ ਕਨੈਕਟਡ ਇਟ ਵਿਦ ਅ ਵੈਰੀ ਹਾਈ ਰੈਜ਼ਿਸਟੈਂਸ ਇਨ ਸੀਰੀਜ਼। ਸੋ ਬੱਚੇ ਆਹ ਟਰਮ ਵੀ ਲਿਖ ਲਓ, ਇਨ ਸੀਰੀਜ਼, ਇੱਥੇ ਲਿਖ ਲਓ ਇਨ ਪੈਰਲਲ, ਠੀਕ ਹੈ ਜੀ। ਪੂਰੀ ਲਾਈਨ ਲਿਖ ਲੈਣਾ। ਸੋ ਪ੍ਰਿੰਟਿੰਗ ਦੇ ਵਿੱਚ ਬੱਚੇ ਮਿਸ ਹੋ ਗਿਆ, ਟਾਈਪਿੰਗ ਦੇ ਵਿੱਚ। ਸੋ ਤੁਸੀਂ ਪੂਰੀ ਲਾਈਨ ਲਿਖ ਲੈਣਾ, ਠੀਕ ਹੈ। ਗਿਵ 2 ਡਿਫਰੈਂਸ ਬਿਟਵੀਨ ਵੋਲਟਮੀਟਰ ਐਂਡ ਅਮੀਟਰ। ਸੋ ਵੋਲਟਮੀਟਰ ਔਰ ਅਮੀਟਰ ਦੇ ਵਿੱਚ ਬੱਚੇ ਤੁਸੀਂ ਡਿਫਰੈਂਸਿਸ ਦੱਸਣਾ ਆ। ਇੱਕ ਪਾਸੇ ਅਮੀਟਰ ਲਿਖ ਲੈਣਾ, ਇੱਕ ਪਾਸੇ ਵੋਲਟਮੀਟਰ ਲਿਖ ਲੈਣਾ। ਜਦੋਂ ਵੀ ਡਿਫਰੈਂਸਿਸ ਆਏਗਾ ਬੱਚੇ ਪੈਰਾਗ੍ਰਾਫ ਕਦੇ ਵੀ ਬਣਾ ਕੇ ਨਹੀਂ ਲਿਖ ਕੇ ਆਉਣਾ, ਹਮੇਸ਼ਾ ਹੀ ਲਾਈਨ ਲਗਾ ਕੇ ਲਿਖ ਕੇ ਆਉਣਾ। ਜੋ ਅਮੀਟਰ ਆ ਬੱਚੇ ਕਰੰਟ ਨੂੰ ਮੈਜਰ ਕਰਦਾ, ਵੋਲਟਮੀਟਰ ਵੋਲਟੇਜ ਨੂੰ ਮੈਜਰ ਕਰਦਾ ਹੈ। ਅਮੀਟਰ ਬੱਚੇ ਦੀ ਰੈਜ਼ਿਸਟੈਂਸ ਲੋ ਹੁੰਦੀ ਆ, ਵੋਲਟਮੀਟਰ ਦੀ ਰੈਜ਼ਿਸਟੈਂਸ ਆਲਵੇਜ਼ ਹਾਈ ਹੁੰਦੀ ਆ। ਜਿਹੜਾ ਅਮੀਟਰ ਹੁੰਦਾ ਬੱਚੇ ਹਮੇਸ਼ਾ ਸੀਰੀਜ਼ ਦੇ ਵਿੱਚ ਕਨੈਕਟ ਕੀਤਾ ਜਾਂਦਾ ਅਤੇ ਵੋਲਟਮੀਟਰ ਹਮੇਸ਼ਾ ਪੈਰਲਲ ਦੇ ਵਿੱਚ ਕਨੈਕਟ ਕੀਤਾ ਜਾਂਦਾ। ਅਮੀਟਰ ਦੀ ਜਿਹੜੀ ਰੇਂਜ ਆ, ਚੇਂਜਿੰਗ ਆਫ ਰੇਂਜ ਇਜ਼ ਨਾਟ ਪੋਸੀਬਲ, ਅਸੀਂ ਇਹਦੀ ਚੇਂਜ ਨਹੀਂ ਕਰ ਸਕਦੇ
ਅਮੀਟਰ ਦੀ ਜਿਹੜੀ ਰੇਂਜ ਹੁੰਦੀ ਆ। ਵੋਲਟਮੀਟਰ ਦੀ ਰੇਂਜ ਬੱਚੇ ਅਸੀਂ ਚੇਂਜ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਸਾਡੇ ਘਰੇ ਵੋਲਟੇਜ ਤੁਸੀਂ ਐਂਪਲੀਫਾਇਰ ਲਗਾਉਂਦੇ ਹੋ ਤਾਂ ਸੌਂਗ ਦੀ ਜਿਹੜੀ ਵੋਲੀਅਮ ਆ ਚੇਂਜ ਕਰਦੀਆਂ, 1 ਤੇ ਕਰਤੀ, 2 ਤੇ ਕਰਤੀ, ਉੱਥੋਂ ਵੋਲਟੇਜ ਤੁਸੀਂ ਚੇਂਜ ਕਰ ਸਕਦੇ ਆ। ਆਈਡੀਅਲ ਮੀਟਰ ਦੀ ਬੱਚੇ ਜੋ ਵੈਲਿਊ ਹੋਏਗੀ ਰੈਜ਼ਿਸਟੈਂਸ 0 ਹੋਏਗੀ, ਤਾਂ ਵੋਲਟਮੀਟਰ ਦੀ ਇਨਫਾਈਨਾਈਟ। ਸੋ ਇਹ ਮੋਸਟ ਇੰਪੋਰਟੈਂਟ ਬੱਚੇ ਪੁਆਇੰਟਸ ਆ। ਡਿਫਰੈਂਸਿਸ ਤੋਂ ਤੁਹਾਡੇ ਬਹੁਤ ਸਾਰੇ 1 ਐਂਡ 2 ਮਾਰਕਸ ਦੇ ਕੁਐਸਚਨਸ ਕਲੀਅਰ ਹੋ ਜਾਣਗੇ। ਸੋ ਇਹ ਕੁਐਸਚਨ ਬੱਚੇ ਬਿਲਕੁਲ ਵੀ ਛੱਡ ਕੇ ਨਹੀਂ ਜਾਣਾ। ਨੈਕਸਟ ਆ ਜਾਓ, ਵਟ ਡੂ ਯੂ ਮੀਨ ਬਾਈ ਮੈਗਨੈਟਿਕ ਫੀਲਡ। ਇਹ ਸਿੰਪਲ ਜਿਹਾ ਕੁਐਸਚਨ ਹੈ, ਐਸਆਈ ਯੂਨਿਟ ਬੱਚੇ ਉਹਦਾ ਦੱਸਣਾ ਆ। ਇਲੈਕਟ੍ਰੋਨ ਬੀਮ ਆ ਮੂਵਿੰਗ ਵਿਦ ਅ ਯੂਨੀਫਾਰਮ ਵੈਲੋਸਿਟੀ ਇਜ਼ ਗ੍ਰੈਜੂਅਲੀ ਡਾਈਵਰਟ ਹੁੰਦਾ ਆ, ਖਿਲਰ ਜਾਂਦੀ ਆ ਬਾਹਰ ਨੂੰ, ਸਕੈਟਰ ਹੋ ਜਾਂਦੀ ਆ। ਵੈਨ ਇਟ ਇਜ਼ ਐਕਸਲਰੇਟਿਡ ਟੂ ਅ ਵੈਰੀ ਹਾਈ ਵੈਲੋਸਿਟੀ, ਜਦੋਂ ਬਹੁਤ ਜ਼ਿਆਦਾ ਹਾਈ ਵੈਲੋਸਿਟੀ ਦੇ ਨਾਲ ਮੂਵ ਕਰਦਾ ਆ, ਇਟ ਅਗੇਨ ਸਟਾਰਟ ਕਨਵਰਜਿੰਗ, ਤਾਂ ਉਹ ਕਨਵਰਜ ਮਤਲਬ ਸੁੰਗੜਨਾ ਸਟਾਰਟ ਹੋ ਜਾਂਦਾ। ਇੱਦਾਂ ਕਿਉਂ ਹੁੰਦਾ ਆ, ਠੀਕ ਹੈ। ਮੂਵਿੰਗ ਇਲੈਕਟ੍ਰੋਨ ਅਪਾਰਟ from electrical repulsion experience magnetic attraction also। ਸੋ ਬੱਚੇ ਜਦੋਂ ਇਲੈਕਟ੍ਰਿਕ ਉਹਦੇ ਵਿੱਚ ਮੂਵ ਕਰਨਾ ਸਟਾਰਟ ਕਰਦੇ ਆ ਤਾਂ ਉਹ ਅਟਰੈਕਸ਼ਨ ਫੀਲ ਕਰਨਾ ਸਟਾਰਟ ਕਰ ਦਿੰਦਾ ਆ। ਇਫ ਦ ਇਲੈਕਟ੍ਰੋਨ ਬੀਮ ਇਜ਼ ਮੂਵਿੰਗ under normal condition, the electrical repulsion is much stronger than the magnetic attraction, hence the beam divert, ਜਿਹਦੀ ਵਜ੍ਹਾ ਨਾਲ ਤੁਹਾਡੀ ਬੀਮ ਜਿਹੜੀ ਹੈ ਬਾਹਰ ਵੱਲ ਨੂੰ ਚਲੀ ਜਾਂਦੀ ਆ। when the electron beam is moving at a very high velocity, ਜਦੋਂ ਬੱਚੇ velocity ਬਹੁਤ ਜ਼ਿਆਦਾ ਵੱਧ ਜਾਏਗੀ ਤਾਂ magnetic force of attraction becomes more effective। ਉਸ ਟਾਈਮ ਬੱਚੇ magnetic force of attraction ਜਿਹੜੀ ਖਿੱਚ ਪਾਉਣ ਵਾਲੀ ਕਹਿ ਲਓ ਪ੍ਰੋਪਰਟੀ ਹੁੰਦੀ ਆ, ਉਹ ਜ਼ਿਆਦਾ ਇਫੈਕਟਿਵ ਹੋ ਜਾਂਦੀ ਆ। ਕਿਹਦੇ ਨਾਲੋਂ? ਇਲੈਕਟ੍ਰਿਕ ਰਿਪਲਸ਼ਨ ਦੇ ਨਾਲੋਂ। ਇਸ ਕਰਕੇ ਉੱਥੇ ਜਾ ਕੇ ਕਨਵਰਜਿੰਗ ਮਤਲਬ ਕਿ ਅੰਦਰ ਵੱਲ ਨੂੰ ਆ ਜਾਂਦੀਆਂ ਬੱਚੇ। ਕਨਵਰਜਿੰਗ ਇਸ ਤਰੀਕੇ ਨਾਲ ਹੋਣਗੀਆਂ, ਠੀਕ ਹੈ, ਅੰਦਰ ਵੱਲ ਨੂੰ ਆ ਜਾਣਗੀਆਂ, ਔਰ ਡਾਈਵਰਜਿੰਗ ਬਾਹਰ ਵਾਲੇ ਪਾਸੇ ਨੂੰ ਹੋਣਗੀਆਂ ਇਸ ਤਰੀਕੇ ਨਾਲ। ਕਲੀਅਰ ਹੋ ਗਿਆ। ਸੋ ਅੱਜ ਦਾ ਬੱਚੇ ਲਾਸਟ ਕੁਐਸਚਨ ਹੈ ਇਸ ਵੀਡੀਓ ਦਾ। ਇਸ ਤੋਂ ਬਾਅਦ ਅਸੀਂ MCQs ਡਿਸਕਸ ਕਰਾਂਗੇ। MCQs ਤੋਂ ਬਾਅਦ ਬੱਚੇ ਸਕਰੀਨ ਦੇ ਉੱਪਰ ਕੁਛ ਇੱਕ ਕੁਐਸਚਨਸ ਹੋਣਗੇ। ਬੱਚੇ ਇਹ 9 ਕੁਐਸਚਨ ਡਜ਼ਨਟ ਮੀਨ ਕਿ ਸਿਰਫ ਔਰ ਸਿਰਫ ਇਹੀ 9 ਕੁਐਸਚਨ ਪੜ੍ਹ ਕੇ ਸਾਡੀ ਟੈਨਸ਼ਨ ਅਸੀਂ ਮੁਕਤ ਹੋ ਗਏ, ਹੈ ਨਾ। ਇਹ ਉਹ ਕੁਐਸਚਨਸ ਆ ਜਿਹੜੇ ਰਿਪੀਟਿਡ ਕੁਐਸਚਨਸ ਆ, ਬਹੁਤ 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 ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਸੋ ਇਸ ਤੋਂ ਇਲਾਵਾ ਵੀ ਬੱਚੇ 2 ਮਾਰਕਸ ਦੇ ਬਹੁਤ ਜ਼ਿਆਦਾ ਕੁਐਸਚਨਸ ਹੈ ਜਿਹੜੇ ਅਸੀਂ ਪੜ੍ਹ ਕੇ ਜਾਣੇ ਆ। ਬਟ ਇਹ ਜਿਹੜੇ 9 ਕੁਐਸਚਨ ਸਕਰੀਨ 'ਤੇ ਸ਼ੋ ਕੀਤੇ ਬੱਚੇ, ਇਹ ਉਹ ਵਾਲੇ ਕੁਐਸਚਨ ਆ ਜਿਹੜੇ ਕਿ ਹੱਦੋਂ ਵੱਧ ਹੀ ਮੋਸਟ ਇੰਪੋਰਟੈਂਟ ਹੈ, ਠੀਕ ਹੈ ਜੀ। ਸੋ ਇਹਨਾਂ 9 ਕੁਐਸਚਨਸ ਦੇ ਵਿੱਚੋਂ ਬੱਚੇ ਇੱਕ ਅੱਧਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚੋਂ 100% ਸ਼ੋਰ ਆ ਕਿ ਬੱਚੇ ਮਿਲ ਹੀ ਜਾਏਗਾ, ਠੀਕ ਹੈ। ਸੋ ਕੋਈ ਨਾ ਕੋਈ ਕੁਐਸਚਨ ਬੱਚੇ ਕਹਿ ਲਓ ਕਿ ਮੋਸਟ ਇੰਪੋਰਟੈਂਟ ਹੈ, ਇੱਦਾਂ ਦੇ ਹੀ ਕੁਐਸਚਨਸ ਹੁੰਦੇ ਆ। ਸੋ ਬੱਚੇ ਪੇਪਰ ਤੱਕ ਜਾਂਦੇ ਜਾਂਦੀ ਸਾਡੀ 1-2 ਵਾਰੀ ਰਿਵੀਜ਼ਨ ਹੋ ਜਾਏਗੀ। ਆਈ ਵਿਲ ਟਰਾਈ ਕਿ ਤੁਹਾਨੂੰ ਹੋਰ ਕੁਐਸਚਨ ਐਕਸਪਲੇਨ ਕਰਦੇ ਹਾਂ। ਸਾਡੇ ਕੋਲ ਟਾਈਮ ਬੱਚੇ ਬਹੁਤ ਘੱਟ ਹੈ, ਵੀਡੀਓ ਮੈਂ ਬਹੁਤ ਜ਼ਿਆਦਾ ਲੈਂਥੀ ਨਹੀਂ ਬਣਾ ਸਕਦੀ, ਬਟ ਮੈਂ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਕਰ ਸਕਦੀ ਹਾਂ। ਸੋ ਬੱਚੇ ਇਹ ਕੁਐਸਚਨਸ ਅਸੀਂ ਛੱਡ ਕੇ ਨਹੀਂ ਜਾਣੇ। ਹਾਊ ਕੈਨ ਦ ਕਰੰਟ ਸੈਂਸਿਟਿਵ ਆਫ ਅ ਮੂਵਿੰਗ ਕੋਇਲ ਗਲਵੈਨੋਮੀਟਰ ਬੀ ਇਨਕਰੀਜ਼ਿੰਗ। ਹੁਣ ਬੱਚੇ ਅਸੀਂ ਕਰੰਟ ਸੈਂਸਿਟੀਵਿਟੀ ਇਨਕਰੀਜ਼ ਕਰਨੀ ਆ ਮੂਵਿੰਗ ਕੋਇਲ ਗਲਵੈਨੋਮੀਟਰ ਦੀ, ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ? ਜਾਂ ਤਾਂ ਬੱਚੇ ਨੰਬਰ ਆਫ ਟਰਨਸ ਇਨਕਰੀਜ਼ ਕਰ ਦਿਓ, ਜਾਂ ਉਹਦਾ ਏਰੀਆ ਡਿਕਰੀਜ਼ ਕਰ ਦਿਓ, ਜਾਂ ਮੈਗਨੈਟਿਕ ਫੀਲਡ ਜਿਹੜੀ ਆ ਉਹ ਡਿਕਰੀਜ਼ ਕਰ ਦਿਓ। ਸੋ 3 ਤਰੀਕੇ ਹੁੰਦੇ ਆ। ਸੋ ਕੋਈ ਵੀ ਤੁਸੀਂ ਤਰੀਕਾ ਯੂਜ਼ ਕਰ ਸਕਦੇ ਹਾਂ। ਕਲੀਅਰ ਹੋ ਗਿਆ ਜੀ। ਸੋ ਬੱਚੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਮੈਕਸਿਮਮ ਸ਼ੇਅਰ ਕਰ ਦਿਓ। ਸੋ ਫ੍ਰੀ ਟੈਸਟ ਸੀਰੀਜ਼ ਚੱਲ ਰਹੀ ਆ ਬੱਚੇ, ਤੁਸੀਂ ਆਪਣੇ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚ ਬੱਚੇ ਟੈਸਟ ਸੀਰੀਜ਼ ਨੂੰ ਮੈਕਸਿਮਮ ਸ਼ੇਅਰ ਕਰ ਦਿਓ ਤਾਂ ਕਿ ਫ੍ਰੀ ਦੇ ਵਿੱਚ ਬੱਚਿਆਂ ਨੂੰ ਮੈਕਸਿਮਮ ਬੈਨੀਫਿਟ ਹੋ ਸਕੇ, ਇੰਪੋਰਟੈਂਟ ਕੁਐਸਚਨਸ ਪਤਾ ਚੱਲ ਸਕਣ ਕਿ ਕਿਹੜੇ ਕੁਐਸਚਨ ਬੱਚੇ ਅਸੀਂ ਪੰਜਾਬ ਬੋਰਡ ਦੇ ਅਗਰ ਸਟੂਡੈਂਟ ਆ ਕਿਸ ਤਰੀਕੇ ਨਾਲ ਅਸੀਂ ਪੜ੍ਹਨਾ ਹੈ ਅਤੇ ਕਿੰਨਾ ਕੁ ਮਟੀਰੀਅਲ ਅਸੀਂ ਪੜ੍ਹਨਾ ਹੈ। ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਰਾਜੇ, ਬਹੁਤ ਅੱਛੇ ਤਰੀਕੇ ਨਾਲ ਸਾਡੀ ਪੇਪਰ ਤੱਕ ਤਿਆਰੀ ਹੋ ਜਾਏਗੀ। ਹਲੇ ਵੀ ਸਾਡੇ ਕੋਲ 15 ਕੁ ਦਿਨ ਹੈਗੇ ਆ, ਬਹੁਤ ਅੱਛੇ ਤਰੀਕੇ ਨਾਲ ਬੱਚੇ ਸਾਡੀ ਤਿਆਰੀ ਹੋ ਜਾਏਗੀ। ਹੁਣ ਰਾਜੇ ਅਸੀਂ ਸਟਾਰਟ ਕਰਾਂਗੇ ਆਪਣੀ MCQs ਬੱਚੇ ਫਸਟ 12 MCQs ਜਿਹੜੇ ਅਸੀਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਸੋ ਨੈਕਸਟ ਬੱਚੇ ਇਸੇ ਯੂਨਿਟ ਦੇ ਨੈਕਸਟ ਕੁਐਸਚਨ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਦ ਐਕਸਪੈਕਟਡ ਵੈਲਿਊ ਆਫ ਡਿਪ ਐਟ ਦ ਮੈਗਨੈਟਿਕ ਪੋਲ ਐਂਡ ਇਕੁਏਟਰ ਆਫ ਅਰਥ ਇਜ਼, ਬੱਚੇ ਕਿਹਦੇ ਇਕੁਅਲ ਹੁੰਦਾ ਆ? ਵੈਲਿਊ ਆਫ ਡਿਪ ਜਿਹੜੀ ਆ ਮੈਗਨੈਟਿਕ ਪੋਲ ਦੇ ਉੱਪਰ ਕਿੰਨੀ ਹੁੰਦੀ ਆ? 90, ਔਰ ਇਕੁਏਟਰ ਦੇ ਉੱਪਰ ਕਿੰਨੀ ਹੁੰਦੀ ਆ? 0 ਡਿਗਰੀ। ਇਹ ਅੱਛੇ ਤਰੀਕੇ ਨਾਲ ਲਰਨ ਕਰ ਲਓ ਤਾਂ ਕਿ ਸਾਨੂੰ ਆਪਸ਼ਨ ਪੜ੍ਹ ਕੇ ਕੋਈ ਕਨਫਿਊਜ਼ਨ ਨਾ ਹੋਵੇ, ਸਾਨੂੰ ਸਿੱਧਾ ਪਤਾ ਹੋਵੇ ਪੋਲਸ ਦੇ ਉੱਪਰ ਬੱਚੇ 90 ਹੁੰਦਾ ਤੇ ਇਕੁਏਟਰ ਦੇ ਉੱਪਰ 0 ਹੁੰਦਾ, ਠੀਕ ਹੈ। ਸੋ ਇੱਦਾਂ ਬਣਾ ਕੇ ਬੱਚੇ ਇਸ ਤਰੀਕੇ ਨਾਲ ਲਰਨ ਕਰ ਲਓ, ਜ਼ਿਆਦਾ ਬੈਟਰ ਰਹੇਗਾ। ਕਿੱਥੇ 0 ਆ ਤੇ ਕਿੱਥੇ 90 ਡਿਗਰੀ ਆ। ਕਲੀਅਰ ਹੋ ਗਿਆ। ਸੋ ਕਨਫਿਊਜ਼ ਨਹੀਂ ਹੋਣਾ, ਆਪਣੀ ਮਾਈਂਡ ਦੇ ਵਿੱਚ ਬੱਚੇ ਇਹ ਚੀਜ਼ਾਂ ਸੈੱਟ ਕਰ ਲਓ। ਨੈਕਸਟ ਆ ਜਾਓ, ਕਿਊਰੀ ਪੁਆਇੰਟ ਇਜ਼ ਦ ਟੈਂਪਰੇਚਰ। ਕਿਊਰੀ ਪੁਆਇੰਟ ਬੱਚੇ ਕਿੱਦਾਂ ਦਾ ਟੈਂਪਰੇਚਰ ਆ ਅਬਵ ਵਿਚ ਦ ਫੈਰੋਮੈਗਨੈਟਿਕ ਸਬਸਟੈਂਸ ਬਿਹੇਵ ਐਜ਼। ਦਿਸ ਇਜ਼ ਮੋਸਟ ਇੰਪੋਰਟੈਂਟ MCQs। ਉਹ ਵਾਲਾ ਬੱਚੇ ਕਿਊਰੀ ਪੁਆਇੰਟ ਦੱਸਣਾ ਜਿੱਥੇ ਫੈਰੋਮੈਗਨੈਟਿਕ ਬਿਹੇਵ ਕਰੇਗਾ ਪੈਰਾਮੈਗਨੈਟਿਕ ਦੀ ਤਰ੍ਹਾਂ। ਸੋ ਬੱਚੇ ਇਹ ਵੀ ਜਿਹੜਾ ਕੁਐਸਚਨ ਹੈ ਇਹ ਤੁਹਾਡੀ ਕਹਿ ਲਓ ਸਟੇਟਮੈਂਟ ਤੋਂ ਹੀ ਬਣਾਇਆ ਗਿਆ MCQs ਆ। ਸੋ ਸਟੇਟਮੈਂਟ ਤੁਹਾਨੂੰ ਪਤਾ ਹੋਏਗੀ ਤਾਂ ਬੱਚੇ ਆਨਸਰ
ਤੁਹਾਨੂੰ ਆਪਸ਼ਨਸ ਪੜ੍ਹਨ ਦੀ ਜ਼ਰੂਰਤ ਨਹੀਂ ਆ, ਡਾਇਰੈਕਟ ਆਨਸਰ ਤੁਹਾਡੇ ਸਾਹਮਣੇ ਆ ਜਾਏਗਾ। ਨੈਕਸਟ ਆ ਜਾਓ, ਇਫ ਦ ਇਲੈਕਟ੍ਰੋਨ ਐਂਡ ਅ ਪ੍ਰੋਟੋਨ ਹੈਵਿੰਗ ਸੇਮ ਮੋਮੈਂਟਮ, ਬੱਚੇ ਅਗਰ ਉਹਨਾਂ ਦੀ P ਦੀ ਵੈਲਿਊ ਸੇਮ ਆ, P ਮਤਲਬ mass into velocity अगर सेम आ entering normal to the magnetic field, then अगर magnetic field विच बचे normal मतलब perpendicular, ठीक है, परपेंडिकुलरली अगर मूव करता है तो ऑलवेज कर्व्ड पाथ ही मूव करेगा, मतलब इस तरीके नाल जा रहे तो इदां करके तुहाडा जिहड़ा आ इलैक्ट्रॉन हो गया, प्रोटोन हो गया, वो इस तरीके दे नाल मूव करेगा। सो कर्व्ड पाथ ऑफ इलैक्ट्रॉन एंड प्रोटोन विल बी सेम, दोनों सेम मूव करनगे और कर्व्ड पाथ मूव करनगे। नेक्स्ट आ टू वायर्स कैरिंग करंट इन अ सेम डायरैक्शन। सो ये क्वेश्चन बच्चे लास्ट ਜਿਹੜੇ ਸੀ ਪਹਿਲੇ 12 ਕੁਐਸਚਨਸ ਕੀਤੇ ਸੀ ਉਹਦੇ ਵਿੱਚ ਵੀ ਬੱਚੇ ਇਦਾਂ ਦਾ ਇੱਕ ਕੁਐਸਚਨ ਸੀਗਾ, ਅਗਰ ਦੋ ਵਾਇਰਸ ਆ ਦੋਨਾਂ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਕਰੰਟ ਆ ਸੇਮ ਦੇ ਵਿੱਚ ਜਾ ਰਿਹਾ ਤਾਂ ਕੀ ਹੋਏਗੀ, ਅਟਰੈਕਸ਼ਨ ਹੋਏਗੀ। ਕਲੀਅਰ ਆ ਜੀ। ਸੋ ਅਟਰੈਕਸ਼ਨ ਹੋਏਗੀ, ਅਗਰ ਆਪੋਜ਼ਿਟ ਹੁੰਦਾ ਤਾਂ ਕੀ ਹੋਣੀ ਸੀ, ਰਿਪਲਸ਼ਨ, ठीक है, रिपेल करेगा ईच अदर। नेक्स्ट आ जाओ नेक्स्ट क्वेश्चन के ऊपर, द ग्राफ बिटवीन resistivity and temperature of a limiting range of temperature is a straight line for material like। सो बच्चे resistivity मतलब एक पासे रो ले लिया ते एक पासे असी temperature T ले लिया, ठीक है। स्ट्रेट लाइन मटीरियल आना चाहिए, स्ट्रेट लाइन थोड़ा ग्राफ आना चाहिए, वो किहदा होएगा, निक्रोम दा। सो ये लर्न करन वाली चीज़ आ बच्चे, तुसीं इहनूं डायरैक्ट लर्न कर लो, ठीक है। नेक्स्ट आ टू कन्वर्ट अ गलवैनोमीटर इनटू एन अमीटर। बच्चे अगेन ये क्वेश्चन बहुत 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 ज़्यादा इंपॉर्टेंट है। सो गलवैनोमीटर की बच्चे कन्वर्जन वाला ये 100% श्योर है, अगर 1 मार्क्स च नहीं आया तो 2 च आएगा, 2 च नहीं आया तो 3 च आएगा। इनू तो बच्चे पक्का कर लो कि ये 100% है, ये क्वेश्चन आएगा ही आएगा, ठीक है। सो कन्वर्ट अ गलवैनोमीटर इनटू एन अमीटर मतलब कि AP सीरीज़, गलवैनोमीटर नू अमीटर विच कन्वर्ट करना तो थानू पैरलल जोड़ना पएगा तो लो रजिस्टेंस होना चाहिए, लो रजिस्टेंस या शंट रजिस्टेंस, ठीक है, लो रजिस्टेंस इन पैरलल। सो मोस्ट इंपॉर्टेंट है बच्चे, अच्छी तरीके नाल पक्का कर लो, अपना 1-2 नंबर तो पक्के ही है, ये क्वेश्चन बहुत अच्छी तरीके ना प्रिपेयर कर लो। दैन द एंगल ऑफ डिप एट द मैगनैटिक इक्वेटर। बच्चे इक्वेटर के उपर साडा एंगल कितना सी, असीं पहले ही क्वेश्चन करके हटे हाँ, इक्वेटर के उपर 0 तो पोल के उपर 90। सो इक्वेटर पूछया तो इक्वेटर के उपर कितना एंगल होएगा, 0 डिग्री। नेक्स्ट आ जाओ, इफ अ charged particle enters the uniform magnetic field and the velocity vector of the particle is perpendicular। अगर perpendicular है तो किद्दां दा वो जड़ा पाथ आ फॉलो करेगा। बच्चे अगर तो 90 डिग्री तो घट आ, अगर 90 तो घट आ तो जड़ा थोड़ा पैराबोला की तरह एक्ट करेगा, अगर 90 डिग्री है तो वो सर्कुलर या सर्कल दे विच मूव करेगा, सर्कुलर पाथ जिहड़ा आ कवर करेगा। ये भी क्वेश्चन बच्चे वर्डिंग चेंज आ, बट इदां दा क्वेश्चन असीं कल वाली वीडियो दे विच भी कीता सी। नैक्सट इज अ चार्ज क्यू मूव्स इन अ रीजन, एक रीजन दे विच बच्चे क्यू चार्ज जिहड़ा मूव कीता और वेयर द इलैक्ट्रिक फील्ड एंड मैगनैटिक फील्ड बोथ एग्जिस्ट, जिथे दोनों फील्ड जिहड़ियां एग्जिस्ट कर रही तो उत्थे बच्चे फोर्स कितना लगेगा, फोर्स इज इक्वल्स टू क्यू V क्रॉस B वैक्टर, ठीक है। असी ऑलरेडी बच्चे मैगनैटिक लॉरेंस फोर्स दे विच आ चीज़ पढ़ चुके हैं। सो आ आंसर आएगा फोर्स के इक्वल आ क्यू V क्रॉस B, है ना, आ चीज़ होएगी। बट जदों असी बच्चे इंडिविजुअली गल करिए कि कोई चार्ज आ जिहड़ा मूव कर रहा, मतलब कि दो अलग अलग चीज़ां दे मूव कर रहे हैं, मतलब इलैक्ट्रिक फील्ड और मैगनैटिक फील्ड, फिर फोर्स नूं असी किस तरीके नाल लिखना, फिर असी फोर्स लिखना मैगनैटिक फील्ड प्लस इलैक्ट्रिक फील्ड या इलैक्ट्रिक फील्ड प्लस मैगनैटिक फील्ड। मैगनैटिक फील्ड बच्चे किहदे इक्वल हुंदी आ, क्यू V क्रॉस B, ठीक है। कल्ली फोर्स जिहड़ी बच्चे मैगनैटिक फोर्स जिहड़ी एक्सप्लेन करदी वो इन्ना आ, प्लस इलैक्ट्रिक फील्ड भी हुण नाल आ क्यू E वैक्टर। तां आ आंसर आना चाहिए एक्चुअल दे विच, ठीक है। सिर्फ और सिर्फ अगर मैगनैटिक फील्ड की गल करते तो बच्चे आ आंसर आना सी, बट हुण दोनों एग्जिस्ट कर रही हैं इलैक्ट्रिक और मैगनैटिक फील्ड, तो आंसर कितना आएगा, B। क्लियर हो गया जी। नैक्सट आ जाओ, द रेजिस्टेंस ऑफ एन आइडियल अमीटर इज। सो बच्चे ये भी मोस्ट इंपॉर्टेंट क्वेश्चन असी ऑलरेडी 2 मार्क्स के क्वेश्चन के विच डिस्कस कर चुके हैं। जे अमीटर होवे तो बच्चे 0 आ, जे वोल्टमीटर आ तो इनफिनिटी। नैक्सट आ जाओ, ऐसे यूनिट ऑफ मैगनैटिक परमेबिलिटी इज वेबर पर एम्पेयर पर मीटर। गलवैनोमीटर कैन बी कन्वर्टेड इनटू एन अमीटर, अगेन AP सीरीज तो याद रखना पैरेलल ते लो रेजिस्टेंस, लो मतलब शंट रेजिस्टेंस। क्लियर हो गया जी। नैक्सट आ जाओ नेक्स्ट क्वेश्चन के ऊपर, वट इज
इज़ द एक्सपैक्टेड वैल्यू ऑफ डिप एट द मैगनैटिक पोल। हुण बच्चे पोल की गल कीती आ, इक्वेटर ते किन्ना सी 0 ते पोल दे उपर 90। सो सेम क्वेश्चन बच्चे तीसरी वारी आ गया ये, इहदा मतलब ये बहुत ज़्यादा इंपॉर्टेंट क्वेश्चन आ, बहुत ज़्यादा। सो इहनूं बहुत अच्छी तरीके नाल प्रिपेयर करना आ। पोल दे उपर 90 डिग्री ते इक्वेटर दे उपर 0 डिग्री आ, ये चीज़ अच्छे तरीके नाल लर्न कर लो। नैक्सट आ मैगनैटिक लाइन्स ऑफ फोर्स अराउंड एन इनफाइनाइट लॉन्ग कंडक्टर कैरिंग करंट। सो बच्चे इस तरीके की एक वायर आ, ਅਸੀਂ ਇੱਕ ਹੀ ਪੁਆਇੰਟ ਦੇ ਉੱਪਰ ਇਸ ਤਰੀਕੇ ਨਾਲ ਮੈਗਨੈਟਿਕ ਫੀਲਡ ਅੱਗੇ ਅੱਗੇ ਜਾ ਰਹੀ ਹਾਂ, ਤਾਂ ਸੈਂਟਰ ਦੇ ਵਿੱਚ ਕੋਈ ਪੁਆਇੰਟ ਹੋਏਗਾ ਕਨਸੈਂਟਰੇਟਿਡ ਸਰਕਲ ਅਰਾਊਂਡ ਸਰਕਲ, ਠੀਕ ਹੈ। ਇਸ ਤਰੀਕੇ ਨਾਲ ਮੈਗਨੈਟਿਕ ਫੀਲਡ ਲਾਈਨਸ ਆਣਗੀਆਂ। ਨੈਕਸਟ ਆ ਜਾਓ, ਇੱਕ ਚਾਰਜ ਪਾਰਟੀਕਲ ਆ ਮੂਵਿੰਗ ਅਲੋਂਗ ਅ ਮੈਗਨੈਟਿਕ ਫੀਲਡ ਲਾਈਨ, ਤਾਂ ਮੈਗਨੈਟਿਕ ਫੋਰਸ ਔਨ ਦ ਪਾਰਟੀਕਲ ਇਜ਼ 0, ਤਾਂ ਉੱਥੇ ਪਾਰਟੀਕਲ ਜਿੱਦਾਂ ਬਿਹੇਵ ਕਿੱਦਾਂ ਕਰੇਗਾ 0 ਦੀ ਤਰ੍ਹਾਂ। 1 ਟੈਸਲਾ ਇਜ਼ ਇਕੁਅਲ ਟੂ, ਸੋ ਬੱਚੇ ਇਹ ਰਿਪੀਟਡ ਕੁਐਸਚਨ ਹੈ, 10⁻⁴। ਨੈਕਸਟ ਬੱਚੇ ਦ ਵੈਲਿਊ ਆਫ ਬੋਹਰ ਮੈਗਨੇਟੋਨ ਆ। ਹੁਣ ਤੁਸੀਂ ਆਪਸ਼ਨਸ ਚੈੱਕ ਕਰੋ, ਸਾਰੀਆਂ ਬੱਚੇ ਤੁਹਾਨੂੰ ਕਨਫਿਊਜ਼ ਕਰਨ ਵਾਲੀਆਂ ਆਪਸ਼ਨਸ ਆ, ਹੈ ਨਾ। ਸੋ ਹੁਣ ਬੱਚੇ ਇੱਥੇ -2 ਆ, ਇੱਥੇ ਕੀ ਆ ਅੰਪੇਅਰ ਮੀਟਰ ਸਕੁਅਰ, ਇੱਥੇ ਕੀ ਆ ਪਰ ਮੀਟਰ ਸਕੁਅਰ। ਸੋ ਤੁਸੀਂ ਕਨਫਿਊਜ਼ ਹੋ ਸਕਦੇ, ਸੋ ਆਪਸ਼ਨਸ ਨਹੀਂ ਪੜ੍ਹਨੀਆਂ, ਆ ਵੈਲਿਊ ਬਹੁਤ ਅੱਛੀ ਤਰੀਕੇ ਨਾਲ ਲਰਨ ਕਰ ਲਓ। ਜਦੋਂ ਤੁਸੀਂ ਬੱਚੇ ਪੇਪਰ ਵਿੱਚ ਬੈਠ ਕੇ ਆਪਸ਼ਨਸ ਚੈੱਕ ਕਰੋਗੇ, ਤੁਹਾਨੂੰ 100% ਕਹਿ ਲਓ ਕਿ ਕਨਫਿਊਜ਼ਨ ਹੋਏਗੀ ਕਿ ਮੀਟਰ ਪਰ ਮੀਟਰ ਸਕੁਅਰ ਸੀ ਜਾਂ 10⁻⁻24 ਸੀ ਕਿ +24 ਸੀ। ਯਾਦ ਕਰ ਲਓ ਬੱਚੇ 10⁻⁻24 ਆ, ਮੀਟਰ ਸਕੁਅਰ ਹੈ, ਠੀਕ ਹੈ ਜੀ। ਸੋ ਇਹਨੂੰ ਬਹੁਤ ਅੱਛੀ ਤਰੀਕੇ ਨਾਲ ਵੈਲਿਊ ਲਰਨ ਕਰ ਲਓ, ਡਾਇਰੈਕਟ ਵੈਲਿਊ ਸਾਈਡ 'ਤੇ ਲਿਖ ਕੇ ਦੇਖ ਲਓ, ਮੈਚ ਕਰਕੇ ਟਿਕ ਲਗਾ ਦਿਓ। ਆਪਸ਼ਨਸ ਨਾ ਪੜ੍ਹਿਓ, ਆਪਸ਼ਨ ਪੜ੍ਹਨ ਲੱਗ ਗਏ ਤਾਂ ਡੈਫੀਨੇਟਲੀ ਕਨਫਿਊਜ਼ਨ ਹੋਏਗੀ। ਨੈਕਸਟ ਆ the small angle between magnetic axis and geographic axis at a place is called magnetic meridian. Next आ जाओ बच्चे, which of the following is the weakest repelled by a magnetic field? So इन्हां विचों किहड़ा एक आ बच्चे जिहड़ा रिपैल करेगा वो कॉपर आ, क्योंकि वो डायामैगनैटिक है, ठीक है। नेक्स्ट आ जाओ, if a diamagnetic material is placed in a magnetic field, अगर diamagnetic नूं असी magnetic field दे अंदर रख दिता जावे तां magnetic field inside a material ਕੰਪੇਅਰ ਟੂ ਦੈਟ ਆਊਟਸਾਈਡ ਵਿਲ ਬੀ ਸਲਾਈਟਲੀ ਲੈਸ, ਥੋੜ੍ਹੀਆਂ ਜਿਹੀ ਘੱਟ ਹੋਣਗੀਆਂ, ਕਿਉਂਕਿ ਡਾਇਆ ਮੈਗਨੈਟਿਕ ਮਟੀਰੀਅਲ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਜੇ ਪੈਰਾਮੈਗਨੈਟਿਕ ਦੀ ਗੱਲ ਕਰਦੇ ਬੱਚੇ, ਉਹ ਅਟਰੈਕਟ ਕਰਦੀਆਂ ਹੋਣਗੀਆਂ, ਜੇ ਫੈਰੋ ਹੋਣਗੀਆਂ ਤਾਂ ਸਟਰੋਂਗਲੀ ਕਹਿ ਲਓ ਹਾਈ ਹੋਣਗੀਆਂ, ਠੀਕ ਹੈ। ਨੈਕਸਟ, ਸੋ ਬੱਚੇ ਇਹ ਸਾਡੇ 33 ਤੱਕ ਕੁਝ ਇੱਕ MCQs ਹੈ। आई विल ट्राई कि ਤੁਹਾਨੂੰ ਹੋਰ MCQs ਵੀ ਬੱਚੇ ਪ੍ਰੋਵਾਈਡ ਕਰਾਂ। ਸੋ ਮੈਗਨੇਟਿਜ਼ਮ ਦੇ ਬੱਚੇ MCQs ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਆ, ਕਿਉਂਕਿ 5 MCQs ਆਣੇ ਆ, ਕਾਫੀ ਜ਼ਿਆਦਾ MCQs ਹੋ ਜਾਂਦੇ ਆ, ਠੀਕ ਹੈ ਜੀ। ਸੋ ਬੱਚੇ ਇਹਦੀ PDF ਜਿਹੜੀ ਆ ਤੁਹਾਨੂੰ ਮਿਲ ਜਾਏਗੀ ਟੈਲੀਗ੍ਰਾਮ ਚੈਨਲ ਦੇ ਉੱਪਰ ਬੱਚੇ, ਕਿਉਂਕਿ ਕੱਲ੍ਹ ਦਾ ਲੈਕਚਰ ਔਰ ਅੱਜ ਦਾ ਲੈਕਚਰ ਪੂਰੇ 3rd ਯੂਨਿਟ ਦੀ ਬੱਚੇ ਮੈਂ ਕੰਬਾਈਨ ਕਰਕੇ PDF ਪ੍ਰੋਵਾਈਡ ਕਰ ਦਿਆਂਗੀ, ਕਿਉਂਕਿ ਬੱਚਿਆਂ ਨੂੰ ਇਹ ਪ੍ਰੋਬਲਮ ਰਹਿੰਦੀ ਆ ਮੈਮ 3 ਮਾਰਕਸ ਦੇ ਕੁਐਸਚਨ ਕਿੱਥੇ ਗਏ, 2 ਦੇ ਕਿੱਥੇ ਗਏ। ਸੋ ਸਾਰਾ 2 ਮਾਰਕਸ 3 ਮਾਰਕਸ और प्लस MCQs बच्चे सारे कंबाइन करके PDF थानू प्रोवाइड कर देंगी, ठीक है जी। सो बच्चे अज नहीं होएगी, बट कल मॉर्निंग तक थानू PDF प्रोवाइड कर दी जाएगी, 100% बच्चे कर दी जाएगी कल और अज दे लैक्चर दी, ठीक है जी। सो चलो बच्चे हुण स्क्रीन के उपर अपना टेस्ट तुसीं चैक कर सकते हैं। सो बच्चे अज की टेस्ट सीरीज़ के क्वेश्चनस बच्चे तुसीं स्क्रीन पर देख सकते हैं। सो अज साडा 8th डे आ बच्चे टेस्ट का। So first question है, write an expression for the force acting on a charged particle moving in a magnetic field. Second, why are cyclotron not suitable for accelerating electron? बच्चे electron या neutron आ जाए, both are most important question. Give 2 factors by which the current sensitivity of moving coil galvanometer can be increased. Define magnetic inclination. What are diamagnetic substance? Give 1 example. So total बच्चे 5 questions आ, 10 नंबर का टेस्ट आ तुहाडा। हार्डली बच्चे 15 या 20 मिनट के अंदर तुहाडा टेस्ट कंप्लीट होना चाहिए है। अगर तुहाडा टाइमिंग 15 या 20 मिनट तो उपर जा रहा तो बच्चे खतरे की घंटी आ, पेपर जिहड़ा 3 घंटे कंप्लीट नहीं होएगा, ठीक है जी। सो ऑल द वेरी बेस्ट फॉर द टेस्ट। ਇਹਦੇ ਬੱਚੇ ਆਨਸਰਸ ਕੱਲ ਸ਼ਾਰਟ ਵੀਡੀਓ ਦੇ ਵਿੱਚ ਅਪਲੋਡ ਕਰ ਦਿੱਤੇ ਜਾਣਗੇ। ਸੋ ਜਾਣ ਤੋਂ ਪਹਿਲਾਂ ਬੱਚੇ ਤੁਸੀਂ ਵੀਡੀਓ ਨੂੰ ਮੈਕਸਿਮਮ ਲਾਈਕ ਕਰਨਾ ਹੈ, ਮੈਕਸਿਮਮ ਲਾਈਕ ਤਾਂ ਤੁਸੀਂ ਇੱਕ ਵਾਰੀ ਕਰ ਸਕਦੇ ਆ, ਤੁਸੀਂ ਵੀਡੀਓ ਨੂੰ ਲਾਈਕ ਕਰਨਾ ਹੈ, ਮੈਕਸਿਮਮ ਸ਼ੇਅਰ ਕਰਨਾ ਹੈ। ਅਗਰ ਚੈਨਲ ਤੇ ਬੱਚੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਥੈਂਕ ਯੂ ਸੋ ਮਚ।